ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਦੋ ਵੱਡੇ ਪ੍ਰਾਈਮ ਮੁੱਦੇ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਅੱਜ ਜੇਲ੍ਹ ਦੇ ਵਿੱਚ ਇੱਕ ਵੱਡੀ ਮੁਲਾਕਾਤ ਹੋਈ ਹੈ। ਕਿਸ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ, ਕੀ ਕੁਝ ਜੇਲ੍ਹ ਦੇ ਵਿੱਚ ਗੱਲਬਾਤ ਹੋਈ ਹੈ, ਔਰ ਨਾਲ ਹੀ ਨਾਲ ਖਬਰ ਇਹ ਵੀ ਹੈ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਦੀਆਂ ਫਾਈਲਾਂ ਜਿਹੜੀਆਂ ਭਗਵੰਤ ਮਾਨ ਦੇ ਕੋਲ ਨੇ ਤੇ ਕਈ ਕਰੋੜਾਂ ਦਾ ਘਪਲਾ ਜਿਹੜਾ ਉਹ ਪਾਇਆ ਗਿਆ ਤੇ ਜਲਦ ਹੀ ਉਸ ਜਿਹੜੇ ਲੀਡਰ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕਦਾ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਕਮਾਨ ਹੋ ਸਕਦਾ ਹੈ, ਮਿਲ ਸਕਦੀ ਹੈ। ਕਿਹੜਾ ਉਹ ਲੀਡਰ ਹੈ, ਕਿਸ ਦੀ ਅਸੀਂ ਗੱਲਬਾਤ ਜਿਹੜੀ ਆ ਕਰ ਰਹੇ ਹਾਂ, ਉਹ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਨਾਲ ਹੀ ਨਾਲ ਜਿਹੜੀ ਹੈ ਉਹ ਗੱਲਬਾਤ ਅਕਾਲੀ ਦਲ ਦੇ ਮਾਮਲੇ 'ਤੇ ਵੀ ਕਰਾਂਗੇ। ਉਧਰ ਸੁਖਬੀਰ ਨੇ ਮੋਰਚਾ ਸਾਂਭਿਆ, ਬਗਾਵਤੀਆਂ ਦਾ ਜਿਹੜਾ ਇੱਕ ਝੁੰਡ ਸੀ, ਬਗਾਵਤੀਆਂ ਦਾ ਜਿਹੜਾ ਇੱਕ ਧੜਾ ਸੀ, ਉਹਨੂੰ ਜਿਹੜਾ ਆਪਾਂ ਕਹਿ ਦਈਏ ਕਿ ਤੋੜ ਮਰੋੜ ਦਿੱਤਾ ਹੈ ਤੇ ਬਾਗੀਆਂ ਨੂੰ ਵਾਪਸੀ ਕਰਾਈ ਹੈ ਤੇ ਕੁਝ ਦੋ ਵੱਡੇ ਲੀਡਰਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ, ਪਾਰਟੀ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਕਿ ਇਹ ਮੋੜਾ ਜਿਹੜਾ ਪਿਆ ਬਗਾਵਤ ਦਾ ਅਕਾਲੀ ਦਲ ਦੇ ਵਿੱਚ, ਕੀ ਬਿਕਰਮ ਸਿੰਘ ਮਜੀਠੀ ਦੇ ਪ੍ਰਭਾਵ ਦੇ ਨਾਲ ਪਿਆ ਜਾਂ ਫਿਰ ਕਿਸ ਤਰੀਕੇ ਦੇ ਨਾਲ ਪਿਆ? ਕੀ ਛਲ ਕਪਟ ਹੈ ਜਾਂ ਫਿਰ ਕੀ ਜਿਹੜੇ ਸੁਪਨੇ ਦਿਖਾਏ ਗਏ ਲੀਡਰਾਂ ਨੂੰ ਜਾਂ ਫਿਰ ਕੋਈ ਹੋਰ ਗੱਲਬਾਤ ਹੈ? ਇਹਨਾਂ ਸਾਰੀਆਂ ਖਬਰਾਂ 'ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਦੇ ਵਿੱਚ ਜਿਹੜੀ ਖਬਰ ਹੈ ਉਹਨੂੰ ਲੈ ਕੇ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਦੇ ਜਿਹੜੇ ਦੋਸਤ, ਬੇਹੱਦ ਕਰੀਬੀ ਮੰਨੇ ਜਾਣ ਵਾਲੇ ਪ੍ਰਗਟ ਸਿੰਘ ਜਿਹੜੇ ਆ, ਉਹ ਅੱਜ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀਗੇ। ਉੱਥੇ ਕਹਿੰਦੇ ਪਾਰਟੀ ਦੀ ਫਿਕਰਮੰਦੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ, ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਅੱਗੇ ਲੈ ਕੇ ਆਉਣ ਦੀਆਂ ਵੀ ਕਹਿੰਦੇ ਗੱਲਾਂ ਬਾਤਾਂ ਹੋਈਆਂ। ਕੀ ਕੁਝ ਗੱਲਾਂ ਬਾਤਾਂ ਹੋਈਆਂ ਅੰਦਰ ਜੇਲ੍ਹ ਦੇ ਪ੍ਰਗਟ ਸਿੰਘ ਦੇ ਨਾਲ, ਕਹਿੰਦੇ ਕਾਫੀ ਚਰਚਾਵਾਂ ਦਾ ਵਿਸ਼ਾ ਬਣੀਆਂ ਹੋਈਆਂ। ਕਿਵੇਂ ਦੇਖਦੇ ਹੋ ਇਸ ਮੁਲਾਕਾਤ ਨੂੰ? ਕੀ ਕੁਝ ਗੱਲਾਂ ਬਾਤਾਂ ਹੋਈਆਂ, ਸਾਡੇ ਦਰਸ਼ਕਾਂ ਤੱਕ ਜਾਣਕਾਰੀ ਸਾਂਝੀ ਕਰੋ ਜੀ। ਸੁਖਵਿੰਦਰ ਜੀ, ਤੁਹਾਨੂੰ ਯਾਦ ਹੋਵੇਗਾ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਇਕੱਠੇ ਕਾਂਗਰਸ ਪਾਰਟੀ ਦੇ ਵਿੱਚ ਆਏ ਸੀ ਤੇ ਇਹਨਾਂ ਦੀ ਦੋਸਤੀ ਜਿਹੜੀ ਆ ਉਹ ਜਗ ਜ਼ਾਹਰ ਹੈ ਬੀਤੇ ਦੌਰ 'ਚ ਕਿਸ ਤਰੀਕੇ ਦੇ ਇਹਨਾਂ ਦੇ ਸੰਬੰਧ ਰਹੇ ਨੇ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ ਤਾਂ ਉਸ ਵਕਤ ਵੀ ਪ੍ਰਗਟ ਸਿੰਘ ਹੁਣੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਪੂਰਨ ਤੌਰ ਤੇ ਡਟ ਕੇ ਸਾਥ ਦਿੱਤਾ ਤੇ ਬਾਅਦ ਵਿੱਚ ਬਹੁਤ ਵੱਖ-ਵੱਖ ਮੁੱਦਿਆਂ ਦੇ ਉੱਤੇ ਹਮੇਸ਼ਾ ਪ੍ਰਗਟ ਸਿੰਘ ਨੇ ਨਵਜੋਤ ਸਿੱਧੂ ਦੇ ਮੁੱਦਿਆਂ ਦੀ ਪ੍ਰੋੜਤਾ ਜਿਹੜੀ ਕੀਤੀ ਹੈਗੀ ਆ। ਬਾਅਦ ਦੇ ਵਿੱਚ ਸਮਾਂ ਬਦਲਦਾ ਆ, ਪ੍ਰਗਟ ਸਿੰਘ ਹੁਣੀ ਜਿੱਤ ਜਾਂਦੇ ਆ, ਆਪਣੇ ਨਵਜੋਤ ਸਿੱਧੂ ਹਾਰ ਜੀ। ਉਸ ਤੋਂ ਮਗਰੋਂ ਉਹ ਜੇਲ੍ਹ 'ਚ ਨਹੀਂ, ਤਾਂ ਜੇਲ੍ਹ 'ਚ ਮੇਰਾ ਖਿਆਲ ਜਾਣ ਤੋਂ ਮਗਰੋਂ ਪ੍ਰਗਟ ਸਿੰਘ ਉਹਨਾਂ ਦੀ ਇਹ ਪਹਿਲੀ ਮੁਲਾਕਾਤ ਹੈ, ਜੇਕਰ ਮੈਂ ਗਲਤ ਨਾ ਹੋਵਾਂ। ਬਾਕੀ ਮੈਨੂੰ ਇਸ ਬੰਦੇ ਕਲੀਅਰ ਦੀ, ਪਰ ਜੋ ਹੈ ਪਹਿਲੀ ਮੁਲਾਕਾਤ ਹੈ ਨਵਜੋਤ ਸਿੰਘ ਸਿੱਧੂ ਦੀ ਔਰ ਪ੍ਰਗਟ ਸਿੰਘ ਦੀ ਜਿਹੜੀ ਅੱਜ ਹੋਈ ਹੈ। ਹਾਲਾਂਕਿ ਜਿਸ ਦਿਨ ਇਹਨਾਂ ਨੇ ਜੇਲ੍ਹ ਜਾਣਾ ਸੀ ਉਸ ਦਿਨ ਵੀ ਕਹਿੰਦੇ ਕਿ ਪ੍ਰਗਟ ਸਿੰਘ ਉੱਥੇ ਮੌਜੂਦ ਸਨ। ਖੈਰ, ਇਹ ਬੀਤੇ ਦੀਆਂ ਗੱਲਾਂ ਨੇ। ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਉਹ ਅੱਜ ਦੀ ਮੀਟਿੰਗ ਦਾ ਜਿਹੜੀ ਜੇਲ੍ਹ ਦੇ ਵਿੱਚ ਹੋਈ ਹੈ ਉਹਦੇ ਸੰਬੰਧ 'ਚ ਤੁਸੀਂ ਗੱਲ ਕੀਤੀ ਹੈ, ਤਾਂ ਉਹਦੇ ਸੰਬੰਧੀ ਸੁਖਵਿੰਦਰ ਜੀ ਸਾਫ਼ ਤੇ ਸਪਸ਼ਟ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਅੱਜ ਕੱਲ੍ਹ ਪੰਜਾਬ ਦੇ ਵਿੱਚ ਖੋਰਾ ਲੱਗ ਚੁੱਕਾ, ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਖੋਰਾ ਲੱਗਦਾ ਪਿਆ, ਉਸੇ ਤਰੀਕੇ ਨਾਲ ਕਾਂਗਰਸ ਨੂੰ ਵੀ ਖੋਰਾ ਲੱਗ ਰਿਹਾ। ਔਰ ਦੂਜੇ ਪਾਸੇ ਖੋਰਾ ਤਾਂ ਇੱਕ ਪਾਸੇ ਲੱਗਣਾ ਹੀ ਲੱਗਣਾ, ਦੂਜੇ ਪਾਸੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹ ਵੀ ਆਏ ਦਿਨ ਹਰ ਤਰੀਕੇ ਦੇ ਜਿਹੜੇ ਅਸੀਂ ਕਹਿ ਸਕਦੇ ਸਕੈਂਡਲ ਕੱਢ ਕੇ ਲਈ ਹੁੰਦੀ ਬਾਹਰ, ਜਿਹੜੇ ਸਕੈਂਡਲਾਂ ਦਾ ਸਿੱਧਾ ਸੰਬੰਧ ਕਾਂਗਰਸ ਦੇ ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਨਾਲ ਹੈ। ਤਾਂ ਇਸ ਸਭ ਦੇ ਨਾਲ ਉਹ ਬੰਦੇ, ਉਹ ਵਿਧਾਇਕ ਜਾਂ ਉਹ ਕਾਂਗਰਸੀ ਟਕਸਾਲੀ ਕਾਂਗਰਸੀ ਜ਼ਰੂਰ ਇਸ ਵੇਲੇ ਫਿਕਰਮੰਦੀ ਦੀ ਸਥਿਤੀ 'ਚ ਨੇ ਕਿ ਜਿਹੜੇ ਇਹ ਸੋਚਦੇ ਨੇ ਕਿ ਜੇਕਰ ਇਹੋ ਸਿਲਸਿਲਾ ਰਿਹਾ ਤਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਾਂਗਰਸ ਦਾ ਨਾਮੋ ਨਿਸ਼ਾਨ ਨਹੀਂ, ਜਿਸ ਤਰ੍ਹਾਂ ਅਕਾਲੀ ਦਲ ਦਾ ਖਤਮ ਹੋਣ ਡਿਆ ਪੰਜਾਬ ਦੇ ਵਿੱਚੋਂ ਖਤਮ ਨਾ ਹੋ ਜਾਵੇ। ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਨੇਤਾ ਵਿਹੂਣੀ ਕਾਂਗਰਸ ਆ। ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਜ਼ਰੂਰ ਨੇ, ਪਰ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਨੂੰ ਖੋਰਾ ਲੱਗਾ ਜਾਂ ਜਿਸ ਤਰੀਕੇ ਨਾਲ ਕਾਂਗਰਸ ਨਿਵਾਨ ਵੱਲ ਜਾ ਰਹੀ ਆ, ਇਹ ਸ਼ਾਇਦ ਇਹ ਪਹਿਲੇ ਪ੍ਰਧਾਨ ਦਾ ਕਾਰਜਕਾਲ ਆ। ਤਾਂ ਸੋ ਇਹੋ ਜਿਹੇ ਸੰਬੰਧ ਦੇ ਵਿੱਚ ਫਿਰ ਉਹਨਾਂ ਫਿਕਰਮੰਦ ਕਾਂਗਰਸੀਆਂ ਦੀ
ਜਿਹੜੀ ਮੁਲਾਕਾਤ ਉਹ ਹੋਣੀ ਲਾਜ਼ਮੀ ਆ, ਕਿਉਂਕਿ ਨਵਜੋਤ ਸਿੱਧੂ ਉਹ ਵਿਅਕਤੀ ਹੈ ਜਿਹਨੇ ਬੀਤੇ ਦੌਰ 'ਚ ਕਾਂਗਰਸ ਦੀ ਉਸ ਸਮੇਂ ਵੀ ਕਮਾਲ ਸੰਭਾਲੀ, ਜਦੋਂ ਕਾਂਗਰਸ ਬਿਲਕੁਲ ਇਸ ਵੇਲੇ ਜਿਹੜੀ ਬੈਕਫੁੱਟ ਤੇ ਚਲੀ ਗਈ ਸੀ, ਤਾਂ ਉਹ ਹਾਰਨ ਦੇ ਬਾਵਜੂਦ ਵੀ ਇੱਕ ਤਕੜਾ ਧੜਾ ਸਾਬਕਾ ਵਿਧਾਇਕਾਂ ਦੇ ਨਾਲ ਤੁਰ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਵਾਰੀ ਉਹਨਾਂ ਨੇ ਭੰਬਲ ਭੂਸੇ 'ਚ ਸਟਾਰਟਿੰਗ ਤੇ ਪਾ ਦਿੱਤਾ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਅਗਰ ਪ੍ਰਗਟ ਸਿੰਘ ਉੱਥੇ ਗਏ ਤਾਂ ਕੁਦਰਤੀ ਤੌਰ ਤੇ ਗੱਲਾਂ ਜਿਹੜੀਆਂ ਪਾਰਟੀ ਦੀ ਉੱਪਰ ਚੁੱਕਣ ਦੀਆਂ ਔਰ ਪਾਰਟੀ ਦੀ ਕਮਾਨ ਨੂੰ ਸੰਭਾਲਣ ਦੀਆਂ ਕੀਤੀਆਂ ਗਈਆਂ ਨੇ। ਤੁਹਾਨੂੰ ਯਾਦ ਹੋਏਗਾ ਕਿ ਪ੍ਰਗਟ ਸਿੰਘ ਉਹ ਵਿਅਕਤੀ ਹੈ ਜਿਹੜਾ ਬੇਬਾਕ ਹੋ ਕੇ ਹਰ ਗੱਲ ਸਪਸ਼ਟ ਰੂਪ ਤੇ ਕਹਿੰਦਾ, ਚਾਹੇ ਉਹ ਹਾਈ ਕਮਾਨ ਦੇ ਸੰਬੰਧ ਦੇ ਵਿੱਚ ਹੋਵੇ, ਹਾਈ ਕਮਾਨ ਨੂੰ ਕਹਿਣਾ ਹੋਵੇ, ਚਾਹੇ ਪੰਜਾਬ ਕਾਂਗਰਸ ਦੀ ਕਿਸੇ ਵਿਅਕਤੀ ਨੂੰ ਕਹਿਣਾ ਹੋਵੇ। ਈਵਨ ਕਿ ਤੁਸੀਂ ਦੇਖ ਲੈਣਾ ਕਿ ਉਸ ਵੇਲੇ ਉਹ ਵਿਧਾਇਕ ਸਨ ਜਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਠੋਕ ਕੇ ਜਿਹੜੀ ਗੱਲਬਾਤ ਕੀਤੀ, ਹੋਰ ਕਿਸੇ ਵਿਧਾਇਕ ਦੀ ਇੰਨੀ ਜ਼ਰੂਰਤ ਨਹੀਂ ਸੀ। ਤਾਂ ਇਹੋ ਜਿਹੇ ਸੰਬੰਧਾਂ ਦੇ ਵਿੱਚ ਜੇਕਰ ਉਹ ਹੁਣ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਅੰਦਰ ਮਿਲੇ ਨੇ ਤਾਂ ਅੰਦਰ ਕਹਿੰਦੇ ਬਹੁਤ ਗੱਲਾਂ ਹੋਈਆਂ ਨੇ, ਤੇ ਅੰਦਰ ਕਹਿੰਦੇ ਉਸ ਇੱਕ ਕਾਂਗਰਸ ਦੇ ਉੱਚ ਲੀਡਰ ਦੀ ਵੀ ਗੱਲ ਹੋਈ ਆ, ਨੇਤਾ ਦੀ ਵੀ ਗੱਲ ਹੋਈ ਆ ਕਿ ਜਿਹਦੇ ਸੰਬੰਧੀ ਕਿਹਾ ਜਾ ਰਿਹਾ ਕਿ ਉਹਦੀਆਂ ਫਾਈਲਾਂ ਵੀ ਭਗਵੰਤ ਮਾਨ ਕੋਲ ਪਹੁੰਚ ਗਈਆਂ ਨੇ। ਤਾਂ ਉਸ ਵਿਅਕਤੀ ਨੇ ਵੀ ਕਹਿੰਦੇ ਕਿ 90 ਕਰੋੜ ਦਾ ਲਾਗੇ ਜਿਹੜਾ ਕਪੜਾ ਆ ਕੀਤਾ ਆ, ਮਾਇਆ ਸ਼ਾਇਦ ਜਿਹੜੀ ਛਕੀ 90 ਕਰੋੜ ਥੋੜਾ ਨਹੀਂ। ਤਾਂ ਉਹਦੇ ਸੰਬੰਧੀ ਪੂਰੀ ਜਾਣਕਾਰੀ ਜਿਹੜੀ ਆ ਔਰ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਅੰਦਰ ਗੱਲਾਂ ਬਾਤਾਂ ਦੇ ਦੌਰਾਨ ਦਿੱਤੀ ਗਈ ਆ। ਤਾਂ ਉਹ ਸਮਝਿਆ ਜਾ ਰਿਹਾ ਕਿ ਉਹਦੀਆਂ ਫਾਈਲਾਂ ਪੂਰਨ ਤੌਰ ਤੇ ਭਗਵੰਤ ਸਿੰਘ ਮਾਨ ਕੋਲ ਪਹੁੰਚ ਚੁੱਕੀਆਂ ਨੇ, ਤਾਂ ਭਗਵੰਤ ਸਿੰਘ ਮਾਨ ਉਹਦੇ ਉੱਤੇ ਕਾਰਵਾਈ ਕਰਨ ਦਾ ਮਨ ਵੀ ਜਿਹੜਾ ਉਹ ਬਣਾ ਚੁੱਕੇ ਆ। ਪਤਾ ਨਹੀਂ ਹੁਣ ਕਿਸੇ ਤਰੀਕੇ ਨਾਲ ਕੋਈ ਅਸਰ ਰਸੂਖ ਜਾਂ ਸਾਂਝਾਂ ਦੇ ਨਾਲ ਅਜੇ ਤੱਕ ਤਾਂ ਉਹ ਉੱਚ ਕਾਂਗਰਸੀ ਨੇਤਾ ਦੀ ਫਾਈਲਾਂ ਭਗਵੰਤ ਮਾਨ ਨੇ ਉੱਥੇ ਟਿਕ ਨਹੀਂ ਕੀਤੀ, ਬਾਕੀ ਸਾਰਾ ਕੰਮ ਹੋ ਗਿਆ। ਜਿਸ ਤਰੀਕੇ ਨਾਲ ਅੱਜ ਬਾਬੇ ਬਕਾਲੇ 'ਚ ਰੈਲੀ ਸੀ, ਤਾਂ ਬਾਬੇ ਬਕਾਲੇ ਦੀ ਰੈਲੀ ਦੇ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਭਿਉਂ ਕੇ ਮਾਰੀਆਂ ਇਹਨਾਂ ਸਾਰੇ ਕਾਂਗਰਸੀ ਨੇਤਾਵਾਂ ਦੇ, ਸਾਬਕਾ ਕਾਂਗਰਸੀ ਵਿਧਾਇਕਾਂ ਨੂੰ, ਜਿਹੜੇ ਕਹਿੰਦੇ ਜੇਲ੍ਹਾਂ ਬੜੀਆਂ ਵਧੀਆ ਬਣਾ ਦਿਓ, ਤਾਂ ਕਹਿੰਦਾ ਇਹ ਜੇਲ੍ਹਾਂ ਸਿਰਫ ਇਸ ਕਰਕੇ ਕਹਿ ਰਹੇ ਆ ਕਿ ਜਾਣਾ ਤਾਂ ਅਹੀਂ ਆ। ਸੋ ਕਹਿਣ ਦਾ ਅਰਥ ਆ ਕਿ ਕਹਿੰਦਾ ਫਾਈਲਾਂ ਮੇਰੇ ਕੋਲ ਪਈਆਂ ਨੇ। ਭਗਵੰਤ ਮਾਨ ਤਾਂ ਬਾਬੇ ਬਕਾਲੇ ਵਿਖੇ ਲੈਕਚਰ ਸੀ ਆ ਜਿਹੜਾ ਉਹਨਾਂ ਨੇ ਬੋਲ ਕੀਤਾ। ਤੇ ਦੂਜੇ ਪਾਸੇ ਆ ਜੋ ਖਬਰਾਂ ਜੇਲ੍ਹ ਦੇ ਅੰਦਰੋਂ ਜਾਂ ਸਾਡੇ ਸੂਤਰਾਂ ਨੇ ਜੋ ਜਾਣਕਾਰੀ ਦਿੱਤੀ ਆ, ਉਹਦੇ ਅਨੁਸਾਰ ਤਾਂ ਉਸ ਵਿਅਕਤੀ ਦਾ ਜੇਕਰ ਨਾਮ ਸਾਹਮਣੇ ਆ ਜਾਵੇ ਤਾਂ ਘੱਟੋ ਘੱਟ ਜਿਹੜੀ ਸਮੁੱਚੀ ਕਾਂਗਰਸ ਆ, ਪੰਜਾਬ ਦੀ ਕਾਂਗਰਸ ਵਿੱਚ ਭੁਚਾਲ ਆ ਜਾਊਗਾ ਕਿ ਜਿਹੜੇ ਵਿਅਕਤੀ ਵੱਲੋਂ ਇਹ ਕੁਝ ਚੱਲ ਰਿਹਾ। ਤੇ ਸ਼ਾਇਦ ਭਗਵੰਤ ਮਾਨ ਪਤਾ ਨਹੀਂ ਹੁਣ ਕਿਸੇ ਆਪਣੇ ਅਸੀਂ ਕਹਿ ਸਕਦੇ ਕਿ ਕਿਸੇ ਵਿਅਕਤੀ ਦੇ ਮੇਲ ਮਿਲਾਪ ਕਰਕੇ ਸ਼ਾਇਦ ਉਹ ਕਾਰਵਾਈ ਕਰਨ ਤੋਂ ਅਜੇ ਦੇਰੀ ਕਰ ਰਹੇ ਹੋਣ। ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਦਾ ਮੈਂ ਸਟਾਈਲ ਦੇਖਿਆ ਕਿ ਬੰਦਿਆਂ ਨੂੰ ਫਿਕਰਮੰਦੀ ਦੀ ਸਥਿਤੀ 'ਚ ਪਾ ਛੱਡੋ, ਬੰਦੇ ਭੱਜਦੇ ਹੀ ਰਹਿਣ ਤੇ ਬੰਦੇ ਡਰ ਦੇ ਵਿੱਚ ਹੀ ਤੁਰੇ ਫਿਰਨ, ਕੋਈ ਕਿਤੇ ਚੱਲ ਜੇ, ਕੋਈ ਕਿਤੇ ਚੱਲ ਜੇ, ਕੋਈ ਕਿਤੇ ਚੱਲ ਜੇ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਗੱਲ ਜਿਹੜੀ ਤੁਸੀਂ ਬਿਆਨ ਕੀਤੀ ਅਣਖੀ ਸਾਹਿਬ ਕਿ ਜਿਸ ਤਰੀਕੇ ਦੇ ਨਾਲ 90 ਕਰੋੜ ਵਾਲੀ ਤੁਸੀਂ ਗੱਲ ਕਹੀ ਹੈ, ਤਾਂ ਉਧਰ ਜਿਹੜੇ ਲਗਾਤਾਰ ਲੀਡਰਾਂ ਦਾ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਦੇ ਵਿੱਚ ਜਾਣਾ ਤੇ ਬਾਹਰ ਬੈਠੇ ਲੀਡਰਾਂ ਦਾ ਘਪਲਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਲੀਡਰ ਦਾ ਫਸ ਜਾਣਾ, ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਬਾਹਰਲਿਆਂ ਤੋਂ ਹੁਣ ਉਮੀਦਾਂ ਬਹੁਤੀਆਂ ਬਚੀਆਂ ਨਹੀਂ, ਕਿਉਂਕਿ ਕੋਈ ਪਤਾ ਨਹੀਂ ਬਾਹਰਲਿਆਂ ਨੇ ਹੁਣ ਕਦੋਂ ਟੰਗੇ ਜਾਣਾ ਹੈ। ਤੇ ਹੁਣ ਜਿਹੜੇ ਕੁਝ ਬਚਦੇ ਸਾਫ਼ ਸੁਥਰੇ ਆ ਉਹ ਭੱਜ ਰਹੇ ਆ ਨਵਜੋਤ ਵੱਲ ਨੂੰ ਕਿ ਭਾਈ ਜਦੋਂ ਤੁਸੀਂ ਬਾਹਰ ਆਉਣਾ ਤੇ ਹੁਣ ਤੁਸੀਂ ਅੱਗੇ ਲੱਗੋ, ਫੇਰ ਹੀ ਪਾਰਟੀ ਜਿਹੜੀ ਚੱਲ ਸਕਦੀ ਹੈ। ਨਵਜੋਤ ਨੂੰ ਅੱਗੇ ਲਾਉਣ ਦੇ ਲਈ ਥਾਪੀ ਜਿਹੜੀ ਉਹ ਦਿੱਤੀ ਜਾ ਸਕਦੀ ਹੈ, ਤੇ ਕਿਉਂਕਿ ਬਾਹਰਲਿਆਂ ਤੋਂ ਉਮੀਦਾਂ ਨਹੀਂ, ਬਾਹਰਲੇ ਕੋਈ ਪਤਾ ਨਹੀਂ ਕਦੋਂ ਅੰਦਰ ਚਲ ਜਾਣ। ਤਾਂ ਬਿਲਕੁਲ ਸੁਖਵਿੰਦਰ ਜੀ, ਇਹਦੇ 'ਚ ਤਾਂ ਕੋਈ ਸ਼ੱਕ ਹੀ ਦੋ ਰਹਿਵਾ ਹੀ ਨਹੀਂ ਆ, ਕਿਉਂਕਿ ਜਿੰਨੇ ਆ 17-18 ਜਿਹੜੇ ਵਿਧਾਇਕ ਨੇ ਇਹ ਸਾਰੇ ਭਗਵੰਤ ਮਾਨ ਦੇ ਰਡਾਰ ਤੇ ਨੇ। ਜਿਹੜੇ 2-3 ਸਰਕਰਦਾ ਨੇ, ਈਵਨ ਕਿ ਇਹ ਵੀ ਸਮਝਿਆ ਜਾਂਦਾ ਕਿ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਰਡਾਰ ਤੇ ਨੇ ਭਗਵੰਤ ਸਿੰਘ ਮਾਨ ਦੇ। ਸੋ ਇਹ ਤਾਂ ਗੱਲ ਹੈਗੀ। ਤਾਂ ਫਿਰ ਆਸਾਂ ਜਿਹੜੀਆਂ ਨੇ ਉਸ ਵਿਅਕਤੀ ਤੇ ਹੀ ਲੱਗਦੀਆਂ ਨੇ ਜਿਹੜਾ ਵਿਅਕਤੀ ਦੇ ਅਜੇ ਤੱਕ ਕਰਪਸ਼ਨ ਦਾ ਕੋਈ ਦਾਗ ਨਹੀਂ। ਜੇਕਰ ਨਵਜੋਤ ਸਿੰਘ ਸਿੱਧੂ ਦੀ ਇੱਕ ਪਾਸੇ ਲੋਕ ਬੋਲਬਾਣੀ ਨੂੰ ਕਹਿ ਦਿੰਦੇ ਕਿ ਉਹਦੀ ਬੋਲਬਾਣੀ ਬਹੁਤ ਮਾੜੀ ਆ, ਪਰ ਦੂਜੇ ਪਾਸੇ ਨਾਲ ਇਹ ਕਹਿ ਦਿੰਦੇ ਆ ਕਿ ਉਹ ਬੰਦਾ ਇਮਾਨਦਾਰ ਆ, ਉਹਦੀ ਦਾਮਨ ਤੇ ਅੱਜ ਤੱਕ ਕੋਈ ਦਾਗ ਜਿਹੜਾ ਨਹੀਂ ਲੱਗਾ, ਸ਼ਾਇਦ ਉਸ ਦਾ ਇਹੋ ਹੀ ਅਸਤਿਤਵ ਦਾ ਪੱਖ ਜਿਹੜਾ ਉਹਦੀ ਹਰ ਚੀਜ਼ ਨੂੰ ਕਮੀ ਨੂੰ ਢੱਕ ਲੈਂਦਾ ਆ ਕਿ ਉਹ ਬੰਦਾ ਇਮਾਨਦਾਰ ਆ। ਠੀਕ ਆ, ਬੋਲਬਾਣੀ ਉਹਦੀ ਹੋ ਸਕਦੀ ਕੌੜੀ ਹੋਵੇ, ਹੋ ਸਕਦਾ ਕਿ ਤੂੰ ਤੜਕ ਕਰਦਾ ਹੋਵੇ, ਪਰ ਜਿਹੜੀ ਇਮਾਨਦਾਰੀ ਦਾ ਪੱਖ ਆ, ਜਿਹਦੇ ਉੱਤੇ ਇੱਕ ਪੈਸੇ ਦਾ ਦਾਗ ਨਹੀਂ, ਭ੍ਰਿਸ਼ਟਾਚਾਰ ਦੀ ਗੱਲ ਨਹੀਂ, ਤਾਂ ਘੱਟੋ ਘੱਟ ਲੋਕਾਂ ਦੇ ਵਿੱਚ ਫਿਰ ਉਹੀ ਬੰਦਾ ਵਿਚਰ ਸਕਦਾ। ਬੋਲਬਾਣੀ ਤਾਂ ਕਿਸੇ ਵਿਅਕਤੀ ਦੀ ਵੀ ਕੁਝ ਵੀ ਹੋ ਸਕਦੀ ਆ। ਸੋ ਇਹੋ ਹੀ ਕਾਰਨ ਆ, ਯਾਨੀ ਇਹ ਤਾਂ ਗੱਲ ਸਾਫ਼ ਹੈ ਕਿ ਜਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਜਿਹੜੀ ਦਰਸਾ ਰਿਹਾ। ਪਰ ਮੇਰੀ ਗੱਲ ਸੁਣੋ ਸਰ ਅਣਖੀ ਸਾਹਿਬ, ਆਪਾਂ ਇੱਕੋ ਹੀ ਗੱਲ ਵਾਰ-ਵਾਰ ਕਹਿੰਦੇ ਰਹੇ ਹਾਂ, ਜਦੋਂ ਵਿਰੋਧੀ ਧਿਰ ਦਾ ਲੀਡਰ ਚੁਣਿਆ ਜਾਣਾ ਸੀ ਜਾਂ ਪ੍ਰਧਾਨ ਚੁਣਿਆ ਜਾਣਾ ਸੀ, ਉਦੋਂ ਵੀ ਆਪਾਂ ਇੱਕੋ ਹੀ ਗੱਲ ਕਹਿੰਦੇ ਰਹੇ ਹਾਂ ਕਿ ਜਿਹੋ ਜੀ ਸਾਫ਼ ਸੁਥਰੀ ਰਾਜਨੀਤੀ ਜਿਹੜੀ ਆਮ ਆਦਮੀ ਪਾਰਟੀ ਆਪਣੀ ਲੋਕਾਂ ਦੇ ਅੰਦਰ ਦਿਖਾ ਕੇ ਸੱਤਾ ਦੇ ਵਿੱਚ ਆਈ ਹੈ, ਤੇ ਜਿਹੋ ਜੀ ਰਾਜਨੀਤੀ ਦਾ ਹੁਣ ਢੋਰਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਿੱਟ ਰਹੀ ਹੈ, ਉਹੋ ਜੀ ਰਾਜਨੀਤੀ ਨੂੰ ਕਾਊਂਟਰ ਕਰਨ ਵਾਸਤੇ ਇੱਕ ਸਾਫ਼ ਸੁਥਰੀ ਛਵੀ ਵਾਲਾ ਵਿਅਕਤੀ ਜਿਹੜਾ ਉਹ ਚਾਹੀਦਾ ਹੈਗਾ। ਤੇ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਾਫ਼ ਸੁਥਰੀ ਛਵੀ ਵਾਲਾ ਵਿਅਕਤੀ ਕਾਂਗਰਸ ਕੋਲ ਮੈਨੂੰ ਨਹੀਂ ਲੱਗਦਾ ਕੋਈ ਹੈ।
ਬਿਲਕੁਲ ਇਹਦਾ ਪ੍ਰਭਾਵ ਤਾਂ ਤੁਸੀਂ ਸੁਖਵਿੰਦਰ ਜੀ ਉਦੋਂ ਵੀ ਵੇਖ ਲਓ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਦੇ ਨੇ, ਉਹ ਕਿਸੇ ਬੰਦੇ ਨੂੰ ਟਾਈਮ ਨਹੀਂ ਦਿੰਦੇ ਮਿਲਣ ਦਾ, ਕਿਸੇ ਵਿਅਕਤੀ ਨਾਲ ਕੋਈ ਪ੍ਰੈਫਰੈਂਸ ਕੀਤੀ। ਤੇ ਜਦੋਂ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਮਿਲਣ ਤਾਂ ਘੱਟ ਤੋਂ ਘੱਟ ਪੌਣਾ ਘੰਟਾ ਜਾਂ 1.5 ਘੰਟਾ ਮੀਟਿੰਗ ਸਮਾਂ ਦਿੰਦੇ ਨੇ ਭਗਵੰਤ ਮਾਨ ਸੇ ਮਿਲ ਕੇ ਉਹ ਬਾਹਰ ਆਉਂਦੇ ਨੇ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਨਵਜੋਤ ਸਿੱਧੂ ਦੇ ਵਿਰੋਧੀ ਵੀ ਜਿਹੜਾ ਉਸ ਦਾ ਦਮ ਭਰਦੇ ਨੇ ਇਸ ਗੱਲ ਦਾ ਕਿ ਉਹ ਬੰਦਾ ਸਾਫ਼ ਸੁਥਰੀ ਸ਼ੈਈ ਵਾਲਾ, ਤੇ ਜੇਕਰ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕੋਈ ਟੱਕਰ ਦੇ ਸਕਦਾ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਹੀ ਆ। ਅਕਾਲੀਆਂ ਦਾ ਜੋ ਹਾਲ ਆ ਉਹ ਤਾਂ ਹੈ ਹੀ ਹੈ। ਸੋ ਸੁਖਵਿੰਦਰ ਜੀ ਇਸ ਵੇਲੇ ਜਿਹੜੀ ਸਥਿਤੀ ਚੱਲਦੀ ਪਈ ਆ ਜੇਲ੍ਹ ਦੇ ਵਿੱਚ, ਕਹਿੰਦੇ ਇਹ ਵੀ ਗੱਲਾਂ ਹੋਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਹਲਕਾ ਪੱਟੀ ਦੇ ਜਿਹੜੇ ਹਰਮਿੰਦਰ ਸਿੰਘ ਗਿੱਲ ਜਿਹੜੇ ਸਾਬਕਾ ਉੱਥੋਂ ਦੇ ਵਿਧਾਇਕ ਨੇ, ਉਹਨਾਂ ਨੇ ਵੀ ਕਹਿੰਦੇ ਅੱਜ ਸੋਸ਼ਲ ਮੀਡੀਆ ਦੇ ਇੱਕ ਸਫਾਈ ਪੱਤਰ ਦੇ ਕੇ ਗੱਲ ਕੀਤੀ ਹੈ ਜੀ, ਵੇਖੋ ਜੀ ਮੈਂ ਕੋਈ ਘਪਲਾ ਨਹੀਂ ਕੀਤਾ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਤੇ ਜੇਕਰ ਮੇਰੀ ਜਾਂਚ ਕਰਾ ਲਈ ਜਾਵੇ ਤਾਂ ਸੋਚਣ ਵਾਲੀ ਗੱਲ ਆ ਸੁਖਵਿੰਦਰ ਜੀ, ਜੇ ਤੁਸੀਂ ਕੀਤਾ ਹੀ ਕੱਖ ਨਹੀਂ ਤਾਂ ਫਿਰ ਤੁਸੀਂ ਸੋਸ਼ਲ ਮੀਡੀਆ ਦੇ ਐਕਟਿਵ ਹੋ ਕੇ ਹਲਫੀਆ ਬਿਆਨ ਕਿਉਂ ਦੇ ਰਹੇ ਜੀ। ਸੋ ਇਹ ਕਾਂਗਰਸ ਦੇ ਇੱਕ ਵਿਧਾਇਕ ਦੀ ਗੱਲ ਨਹੀਂ ਹੈ, ਕਾਂਗਰਸ ਦੇ ਜਿਹੜੀ ਬੜੀ ਵਧੀਆ ਗੱਲ ਕਹੀ ਆ ਕਿ ਹੁਣ ਟੇਕ ਜਿਹੜੀ ਤਾਂ ਹੀ ਨਵਜੋਤ ਸਿੱਧੂ ਵੱਲ ਚੱਲਦੀ ਪਈ ਆ ਕਿ ਇਹਨਾਂ ਦੇ ਵਿੱਚ ਜਿਹੜੇ ਜਿੱਤੇ ਨੇ ਉਹ ਵੀ ਡਰਦੇ ਪਏ ਆ ਤੇ ਜਿਹੜੇ ਹਰੇ ਨੇ ਉਹ ਵੀ ਡਰਦੇ ਪਏ ਆ ਕਿ ਪਤਾ ਨਹੀਂ ਕਿਹੜੇ ਵੇਲੇ ਸਕੰਜਾ ਪੈ ਜਾਣਾ। ਹਰਮਿੰਦਰ ਸਿੰਘ ਗਿੱਲ ਦੀ ਗੱਲ ਹਾਲਾਂਕਿ ਉਹ ਕੇਸ ਅਜੇ ਤੱਕ ਸਕਰੀਨ ਤੇ ਨਹੀਂ ਆਏ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਆਪਣਾ ਹਲਫੀਆ ਬਿਆਨ ਦੇ ਦਿੱਤਾ ਤੇ ਨਾਲ ਹੀ ਇਹ ਗੱਲ ਕਹਿਤੀ ਕਿ ਮੈਂ ਹਰ ਜਾਂਚ ਨੂੰ ਤਿਆਰ ਹਾਂ। ਸੁਖਵਿੰਦਰ ਜੀ ਇਹ ਵੀ ਗੱਲ ਬੜੀ ਵਿਧਾਇਕਾਂ ਦੇ ਮੂੰਹਾਂ ਤੇ ਚੜੀ ਆ ਕਾਂਗਰਸ ਦੇ ਕਿ ਅਸੀਂ ਹਰ ਜਾਂਚ ਸਹਿਯੋਗ ਦੇ ਨੂੰ ਤਿਆਰ ਹਾਂ। ਇੱਕ ਪਾਸੇ ਤਾਂ ਇਹ ਕਹਿੰਦੇ ਆ ਪਰ ਦੂਜੇ ਪਾਸੇ ਹਾਈ ਕੋਰਟ ਨੂੰ ਭੱਜ ਜਾਂਦੇ ਆ ਜਾਂ ਕੋਈ ਵਿਦੇਸ਼ਾਂ ਨੂੰ ਭੱਜ ਜਾਂਦੇ ਆ। ਸੋ ਇਹੋ ਹੀ ਕਾਰਨ ਆ ਕਿ ਨਵਜੋਤ ਸਿੱਧੂ ਦੇ ਕੋਲ ਜਾ ਕੇ ਪ੍ਰਗਟ ਸਿੰਘ ਨੇ ਜਿੱਥੇ ਪਾਰਟੀ ਦੀ ਫਿਕਰਮੰਦੀ, ਪਾਰਟੀ ਨੂੰ ਲੱਗ ਰਹੇ ਖੋਰੇ ਦੇ ਸੰਬੰਧੀ ਫਿਕਰਮੰਦੀ ਅਜ਼ਹਾਰ ਕੀਤੀ ਆ, ਉੱਥੇ ਨਾਲ ਹੀ ਨਾਲ ਉਸ ਕਾਂਗਰਸ ਦੇ ਉੱਚ ਨੇਤਾ ਜਿਹਦੇ ਉੱਤੇ ਕਿਸੇ ਸਮੇਂ ਵੀ ਕੋਈ ਕਾਰਵਾਈ ਜਿਹੜੀ ਹੈ ਭਗਵੰਤ ਮਾਨ ਸਰਕਾਰ ਕਰ ਸਕਦੀ ਹੈ, ਜੇ ਤੇ ਹੁਣ ਉਹ ਕਾਂਗਰਸ ਦਾ ਉੱਚ ਨੇਤਾ ਜਿਹਦੇ 90 ਕਰੋੜ ਦੇ ਘਪਲੇ ਦੀ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਜੇ ਉਹ ਅਜੇ ਤੱਕ ਬਚਿਆ ਤਾਂ ਕੇਵਲ ਭਗਵੰਤ ਮਾਨ ਦੇ ਰਹਿਮੋ ਕਰਨ ਤੇ ਹੀ ਬਚਿਆ ਹੈ, ਅਸੀਂ ਕਹਿ ਸਕਦੇ ਹਾਂ, ਜਦੋਂ ਕਿ ਫਾਈਲ ਪੂਰਨ ਤੌਰ ਤੇ ਸਟੱਡੀ ਉਹਨੇ ਕਰ ਲਈ ਹੈ, ਸਭ ਕੁਝ ਸਹੀ ਮਾਰਨ ਦੀ ਦੇ ਰਿਹਾ। ਸੋ ਅਜਿਹੀਆਂ ਗੱਲਾਂ ਕਹਿੰਦੇ ਨੇ ਨਵਜੋਤ ਸਿੱਧੂ ਦੇ ਨਾਲ ਪ੍ਰਗਟ ਸਿੰਘ ਹੁਣੀ ਅੰਦਰ ਗੱਲਬਾਤ ਹੋਈ ਆ, ਕਾਂਗਰਸ ਨੂੰ ਖੋਰਾ ਕਿਸ ਤਰ੍ਹਾਂ ਲੱਗਿਆ ਜਾਵੇ, ਉਹਨੂੰ ਖੋਰਾ ਲੱਗਣ ਤੋਂ ਕਿਸ ਤਰੀਕੇ ਨਾਲ ਬਚਾਇਆ ਜਾਵੇ, ਤੇ ਇਹੋ ਜਿਹੇ ਜਿਹੜੇ ਭ੍ਰਿਸ਼ਟ ਨੇਤਾ ਜਿਹੜੇ ਕਾਂਗਰਸ ਦੇ ਦਿਨ ਬ ਦਿਨ ਚੱਕਰ 'ਚ ਫਸਦੇ ਜਾ ਰਹੇ ਆ ਵਿਜੀਲੈਂਸ ਦੇ, ਇਹਨਾਂ ਤੋਂ ਛੁਟਕਾਰਾ ਕਿਵੇਂ ਕਰਦਾ, ਇਹਦੇ ਸੰਬੰਧੀ ਗੱਲਾਂ ਬਾਤਾਂ ਹੋਈਆਂ ਨੇ। ਹੁਣ ਵੇਖਣਾ ਹੋਏਗਾ ਕਿ ਹਾਈਕਮਾਨ ਜਿਹੜੀ ਆ ਨਵਜੋਤ ਸਿੱਧੂ ਦੇ ਪ੍ਰਤੀ ਅਗਲੇ ਦਿਨਾਂ 'ਚ ਕੀ ਰੁਖ ਅਖਤਿਆਰ ਕਰਦੀ ਹੈ ਜੀ। ਬਿਲਕੁਲ ਬਿਲਕੁਲ। ਤਾਂ ਨਵਜੋਤ ਸਿੰਘ ਸਿੱਧੂ ਦਾ ਇੱਕ ਵਾਰ ਫਿਰ ਤੋਂ ਜਿਹੜਾ ਚੰਗਾ ਟਾਈਮ ਆਉਣ ਵਾਲਾ ਜਿਹੜਾ ਉਹ ਨਜ਼ਰ ਆਉਂਦਾ ਆ ਰਿਹਾ ਹੈ, ਤੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਤੋਂ ਜਿਹੜੀ ਹੈ ਹਾਈਕਮਾਨ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪ ਸਕਦੀ ਹੈ। ਜੋ ਹਾਲਾਤ ਜਿਸ ਤਰੀਕੇ ਦੇ ਨਾਲ ਲੀਡਰ ਜਿਹੜੇ ਆ ਨਵਜੋਤ ਸਿੰਘ ਸਿੱਧੂ ਵੱਲ ਨੂੰ ਜਿਹੜੇ ਆ ਉਹ ਭੱਜ ਰਹੇ ਨੇ, ਉਹ ਇਸੇ ਗੱਲ ਦੇ ਸੰਕੇਤ ਜਿਹੜੇ ਆ ਉਹ ਦੇ ਰਹੇ ਨੇ। ਤਾਂ ਅਗਲੀ ਖਬਰ ਆਪਾਂ ਕਰ ਲੈਂਦੇ ਹਾਂ। ਅਣਖੀ ਸਾਹਿਬ, ਅਕਾਲੀ ਦਲ ਦੇ ਅੰਦਰ ਵੀ ਬੜੀ ਵੱਡੀ ਬਗਾਵਤ ਸੀ, ਤਾਂ ਉਧਰ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਨੂੰ ਵੀ ਬੜਾ ਖਤਰਾ ਸੀ। ਆਪਾਂ ਵੀ ਚਰਚਾ ਕੀਤੀ ਸੀ, ਰਵੀ ਕਿਰਨ ਕਾਹਲੋਂ ਦੇ ਘਰੋਂ ਵੱਡੇ ਲੀਡਰਾਂ ਨੇ ਮੀਟਿੰਗਾਂ ਕੀਤੀਆਂ, ਮਨਪ੍ਰੀਤ ਯਾਲੀ ਸੀ, ਜਗਮੀਤ ਬਰਾੜ ਸੀ, ਚੰਦੂ ਮਾਜਰਾ ਸੀ, ਹੋਰ ਬੜੇ ਵੱਡੇ ਜਿਹੜੇ ਲੀਡਰ ਸੀਗੇ ਜਿਹੜੇ ਕਹਿੰਦੇ ਸੀ ਕਿ ਪਾਰਟੀ ਦੇ ਅੰਦਰ ਬੜੇ ਵੱਡੇ ਪੱਧਰ ਤੇ ਤਬਦੀਲੀ ਹੋਣ ਵਾਲੀ ਹੈ। ਉਧਰੋਂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋ ਜਾਂਦੀ ਹੈ, ਤੇ ਇਧਰੋਂ ਜਿਹੜਾ ਹੈਗਾ ਇਹ ਗੱਲ ਕਹੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਸਿਰਫ ਉਹੀ ਪ੍ਰਧਾਨ ਹੋਣਗੇ। ਤਾਂ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਤੇ ਉਸ ਮੀਟਿੰਗ ਦੇ ਵਿੱਚ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਸਮਝੇ ਜਾਂਦੇ ਤਕਰੀਬਨ ਸਾਰੇ ਲੀਡਰ ਜਿਹੜੇ ਆ, 2 ਲੀਡਰਾਂ ਨੂੰ ਛੱਡ ਕੇ ਸਾਰੇ ਆ ਜਾਂਦੇ ਨੇ, ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਭਰੋਸਾ ਜਤਾ ਦਿੰਦੇ ਨੇ। ਇਸ ਮੋਰਚੇ ਨੂੰ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਨੇ ਸਾਂਭਿਆ, ਇਸ ਬਾਗੀ ਧੜੇ ਨੂੰ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਤੋੜਿਆ, ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਸਾਰੇ ਇਕੱਠੇ ਸੀ, ਸਾਰਾ ਬਾਗੀ ਧੜਾ ਇਕੱਠਾ ਸੀ, ਸਿਰਫ ਮਨਪ੍ਰੀਤ ਯਾਲੀ ਤੇ ਜਗਮੀਤ ਬਰਾੜ ਨੂੰ ਛੱਡ ਕੇ। ਕੀ ਲੱਗਦਾ ਹੈ ਕਿ ਵਾਕਈ ਜਿਹੜਾ ਖਤਰਾ ਸੀ ਸੁਖਬੀਰ ਬਾਦਲ ਦਾ ਪ੍ਰਧਾਨਗੀ ਜਾਣ ਦਾ, ਉਹ ਟਲ ਗਿਆ ਜਾਂ ਫਿਰ ਕੁਝ ਸਮੇਂ ਲਈ ਟਲਿਆ? ਜੇ ਟਲ ਗਿਆ ਜਾਂ ਕੁਝ ਸਮੇਂ ਲਈ ਵੀ ਟਲਿਆ, ਤਾਂ ਕੀ ਇਹ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਦਾ ਹੀ ਪ੍ਰਭਾਵ ਹੈ, ਜਾਂ ਫਿਰ ਕਿਵੇਂ ਦੇਖਦੇ ਇਸ ਪੂਰੇ ਮਾਮਲੇ ਨੂੰ? ਸੁਖਵਿੰਦਰ ਜੀ, ਬਿਕਰਮ ਸਿੰਘ ਮਜੀਠੀਆ ਕੋਈ ਜਾਦੂ ਦੀ ਛੜੀ ਲੈ ਕੇ ਜੇਲ੍ਹ ਚੋਂ ਬਾਹਰ ਨਹੀਂ ਆਏ ਕਿ ਜੇਲ੍ਹ ਚੋਂ ਬਾਹਰ ਆਏ ਤੇ ਆਉਂਦਿਆਂ ਉਹਨਾਂ ਨੇ ਜਿਹੜੀਆਂ ਸਥਿਤੀਆਂ ਜਿਹੜੀਆਂ ਨੇ ਅਕਾਲੀ ਦਲ ਦੇ ਹੱਕ 'ਚ ਜਾਂ ਅਕਾਲੀ ਦਲ ਦੇ ਪ੍ਰਧਾਨ ਦੇ ਹੱਕ 'ਚ ਕਰ ਦਿੱਤੀਆਂ ਨੇ। ਇਹ ਐਵੇਂ ਕੁਝ ਲੋਕਾਂ ਦਾ, ਜਾਂ ਅਸੀਂ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ IT ਸੈੱਲ ਦਾ ਹੈ
ਕਿ ਪ੍ਰਚਾਰ ਕਰੀ ਚਲੋ ਕਿ ਬਿਕਰਮ ਮਜੀਠੀ ਦੇ ਆਉਣ ਨਾਲ ਅਕਾਲੀਆਂ 'ਚ ਇੱਕ ਨਵੀਂ ਰੂਹ ਫੂਕੀ ਗਈ ਹੈ, ਇਹ ਹੋਇਆ ਉਹ ਹੋਇਆ। ਕਿਉਂਕਿ ਜੇਕਰ ਰੂਹ ਫੂਕੀ ਗਈ ਹੁੰਦੀ ਨਾ ਸੁਖਵਿੰਦਰ ਜੀ, ਜੇਕਰ ਵਾਕਿਆ ਹੀ ਬਿਕਰਮ ਸਿੰਘ ਮਜੀਠੀ ਦਾ ਇੰਨਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਤੇ ਹੁੰਦਾ ਤਾਂ ਫਿਰ 2 ਸੀਟਾਂ ਜਿਹੜੀਆਂ ਹੀ ਅਕਾਲੀ ਦਲ ਨੂੰ ਨਹੀਂ ਸੀ ਮਿਲੀਆਂ। ਜਦੋਂ ਵੋਟਾਂ ਪਈਆਂ ਸਨ ਉਦੋਂ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਸਨ। ਈਵਨ ਕਿ ਤੁਸੀਂ ਤਰਾਸਦੀ ਵੇਖੋ, ਉਹ ਆਪਣੀ ਸੀਟ ਹੀ ਉੱਥੋਂ ਹਾਰ ਗਏ ਸੀ ਜਿੱਥੋਂ ਉਹ ਲੜ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਸੋ ਇਹੋ ਜਿਹੀ ਤਾਂ ਆਪਾਂ ਪਹਿਲਾਂ ਹੀ ਇਹ ਗੱਲ ਦਰਕਨਾਰ ਕਰ ਦਈਏ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਏ ਨੇ ਤੇ ਆਉਂਦੇ ਹੀ ਉਹਨਾਂ ਨੇ ਜਿਹੜੇ ਵਰਕਰ ਨੇ ਜਾਂ ਸਮਰਥਕ ਨੇ ਜਾਂ ਨੇਤਾ ਨੇ ਉਹਨਾਂ ਕੋਲ ਡਰ ਕੇ ਸੁਖਬੀਰ ਸਿੰਘ ਬਾਦਲ ਦੇ ਲੀਡਰਸ਼ਿਪ ਵਿੱਚ ਭਰੋਸੇਯੋਗਤਾ ਪੈਦਾ ਕਰਦੀ ਹੈ। ਨਹੀਂ, ਇਹ ਗੱਲ ਬਿਲਕੁਲ ਸਾਫ਼ ਤੌਰ ਤੇ ਗਲਤ ਆ। ਇਹ ਵਕਤੀ ਖਬਰਾਂ ਹੋ ਸਕਦੀਆਂ ਨੇ। ਜੇ ਵਾਕਈ ਬਿਕਰਮ ਸਿੰਘ ਮਜੀਠੀ ਦਾ ਇੰਨਾ ਪ੍ਰਭਾਵ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਚੋਣਾਂ ਦੇ ਵਿੱਚ ਅਜਿਹੀ ਨਾ ਹੁੰਦੀ ਜੋ ਅੱਜ ਹੋਈ ਹੈ। ਹੁਣ ਦੂਜਾ ਪ੍ਰਸ਼ਨ ਮੈਂ ਤੁਹਾਡਾ ਸਵਾਲ ਦਾ ਜਵਾਬ ਦਿੰਦਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਵਿਰੋਧ ਨੂੰ ਹੱਲ ਕਰਨ ਵਿੱਚ ਕਾਮਯਾਬ ਹੋ ਗਏ ਨੇ। ਸੁਖਵਿੰਦਰ ਜੀ, ਜਿਸ ਦਿਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਭੰਗ ਕੀਤਾ, ਮੈਂ ਤੁਹਾਨੂੰ ਯਾਦ ਆ ਕਿ ਮੈਂ ਉਸ ਦਿਨ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਉਹਨਾਂ ਦੀ ਪ੍ਰਧਾਨਗੀ ਨੂੰ ਹੁਣ ਕੋਈ ਖਤਰਾ ਨਹੀਂ, ਕਿਉਂਕਿ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਹੋ ਜਿਹੇ ਪ੍ਰਧਾਨ ਲਾਉਣੇ ਨੇ ਕਿ ਜਿਹੜੇ ਉਹਨਾਂ ਦੀ ਭਰੋਸੇਯੋਗਤਾ ਉਹਨਾਂ ਦੇ ਵਿੱਚ ਪੈਦਾ ਕਰਨਗੇ ਕਿ ਹਾਂਜੀ ਸਾਨੂੰ ਪ੍ਰਧਾਨ ਇਹੋ ਚਾਹੀਦਾ। ਕਿਉਂਕਿ ਪ੍ਰਧਾਨ ਜੀ ਅਖਵਾਉਣਾ ਸੁਖਵਿੰਦਰ ਜੀ ਬੜੀ ਉੱਚੀ ਗੱਲ ਹੈ ਅਕਾਲੀ ਦਲ ਦੇ ਵਿੱਚ, ਜਾਂ ਹਰ ਬੰਦਾ ਕਹਿੰਦਾ ਪ੍ਰਧਾਨ ਜੀ ਹੋਣੀ ਚਾਹੀਦੀ ਹੈ। ਸੋ ਜਦੋਂ ਸ਼੍ਰੋਮਣੀ ਅਕਾਲੀ ਦਲ ਭੰਗ ਕਰ ਦਿੱਤਾ ਸਾਰਾ ਕੁਝ, ਤੇ ਬੜੀ ਹੈਰਾਨਗੀ ਦੀ ਗੱਲ ਆ ਕਿ ਉਹਨਾਂ ਪ੍ਰਧਾਨਾਂ ਨੂੰ ਹੀ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਤਾਂ ਉਹਨਾਂ ਕਾਰਜਕਾਰੀ ਪ੍ਰਧਾਨਾਂ ਕੋਲੋਂ ਹੀ ਆਪਣੇ ਹੱਕ ਦੇ ਵਿੱਚ ਫਤਵਾ ਦਵਾਤਾ ਕਿ ਨਹੀਂ, ਅਸੀਂ ਤੁਹਾਡੇ ਵਿੱਚ ਭਰੋਸੇਯੋਗਤਾ ਸਾਡੀ ਪੂਰਨ ਤੌਰ ਤੇ ਪੈਦਾ ਕਰਦੇ ਹਾਂ। ਦੂਸਰੀ ਗੱਲ ਸੁਖਵਿੰਦਰ ਜੀ, ਬਾਕੀ ਗੱਲ ਇਹ ਵੀ ਤੁਹਾਨੂੰ ਮੈਂ ਦੱਸਾਂ ਕਿ ਅਜੇ ਤੱਕ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਤੇ ਇੰਨਾ ਕੁ ਕਬਜ਼ਾ ਹੈਗਾ ਕਿ ਕੋਈ ਵੀ ਲੀਡਰ ਇਹਨਾਂ ਦੇ ਸਾਹਮਣੇ ਬੋਲਣ ਦੀ ਜਿਹੜੀ ਜ਼ਰੂਰਤ ਨਹੀਂ ਕਰਦਾ, ਕਿਉਂਕਿ ਜਿਹੜਾ ਵੀ ਜ਼ਰੂਰਤ ਕਰਦਾ ਉਹਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ। ਤੇ ਜਿਹੜੇ ਨਵੇਂ ਹੁਣ ਉਹ ਟਕਸਾਲੀ ਕਾਂਗਰਸੀ ਅਕਾਲੀ ਜਿਹੜੇ ਨੇਤਾ ਸਨ, ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਸਨ, ਉਹਨਾਂ ਦਾ ਇਸ ਵੇਲੇ ਜਾਂ ਤਾਂ ਅੱਧੇ ਵਿਚਾਰੇ ਸਵਰਗਵਾਸ ਹੋ ਚੁੱਕੇ ਆ ਜਾਂ ਪਾਰਟੀ ਛੱਡ ਕੇ ਘਰ ਬੈਠ ਚੁੱਕੇ ਨੇ। ਇਸ ਵੇਲੇ ਦੀ ਜਿਹੜੀ ਪਾਰਟੀ ਆ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਆ, ਜਿਨ੍ਹਾਂ ਦੇ ਵਿੱਚ ਪ੍ਰਾਪਰਟੀ ਡੀਲਰ, ਵੱਡੇ ਬਿਜ਼ਨਸਮੈਨ, ਇਹੋ ਜਿਹੇ ਲੋਕ ਨੇ। ਟਕਸਾਲੀ ਅਕਾਲੀ ਜਿਹੜੇ ਨੇ ਚਿੱਟਿਆਂ ਕੁੜਤਿਆਂ ਪੰਜਾਬਿਆਂ ਵਾਲੇ ਜਿਹੜੇ ਅੰਮ੍ਰਿਤਧਾਰੀ, ਉਹੋ ਜਿਹੇ ਬਹੁਤ ਘੱਟ ਜਿਹੜੇ ਆ ਉਹ ਦਿਖਾਈ ਦਿੰਦੇ ਆ। ਤਾਂ ਉਹ ਸਾਰੇ ਸੰਬੰਧਾਂ ਦੇ ਵਿੱਚ ਅਸੀਂ ਜਦੋਂ ਇਹ ਗੱਲ ਵੇਖੀਏ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਦਾ ਜਿਹੜਾ ਅਕਾਲੀ ਦਲ ਆ ਉਹ ਚੱਲਦਾ ਪਿਆ, ਤਾਂ ਅਕਾਲੀ ਦਲ ਦੇ ਵਿੱਚ ਜਿਹੜੇ ਇਸ ਵੇਲੇ ਦੇ ਵਰਕਰ ਨੇ ਜਾਂ ਸਮਰਥਕ ਨੇ, ਉਹ ਆਪਣੇ ਉਸ ਭਵਿੱਖ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣ ਨੂੰ ਤਿਆਰ ਆ ਕਿ ਹਾਂ, ਕਦੇ ਨਾ ਕਦੇ ਭਵਿੱਖ ਦੇ ਵਿੱਚ 5 ਸਾਲਾਂ ਨੂੰ ਜਾਂ 10 ਸਾਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਫਿਰ ਅਸੀਂ ਕਹਿੰਦੇ ਤਾਕਤਵਰ ਰੂਪ ਚ ਉਭਰੇਗਾ, ਫਿਰ ਸਾਡੀ ਸੁਣਵਾਈ ਹੋਏਗੀ। ਹਰ ਵਿਅਕਤੀ ਇਸ ਆਸ ਦੇ ਨਾਲ ਉਹਨਾਂ ਨਾਲ ਤੁਰਿਆ ਫਿਰਦਾ, ਕਿਉਂਕਿ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਵਰਕਰ ਨੇ ਜਾਂ ਅਹੁਦੇਦਾਰ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਾਂ ਬਾਦਲ ਪਰਿਵਾਰ ਤੋਂ ਇਲਾਵਾ ਅਕਾਲੀ ਦਲ ਨੂੰ ਕਿਹੜਾ ਬੰਦਾ ਲੀਡ ਕਰ ਸਕਦਾ। ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਪਹਿਲੇ ਦਿਨ ਗੱਲ ਕੀਤੀ ਸੀ ਕਿ ਅਜੇ ਤੱਕ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੂਜੀ ਕਤਾਰ ਦਾ ਨੇਤਾ ਪੈਦਾ ਹੀ ਨਹੀਂ ਹੋਣ ਦਿੱਤਾ ਜਿਹਦੇ ਉੱਤੇ ਭਰੋਸੇਯੋਗਤਾ ਕਾਇਮ ਕੀਤੀ ਜਾ ਸਕੇ ਕਿ ਹਾਂ ਵੀ ਸੁਖਬੀਰ ਬਾਦਲ ਤੋਂ ਬਾਅਦ ਇਹ। ਤਾਂ ਜੇਕਰ ਬਿਕਰਮ ਸਿੰਘ ਮੰਨ ਲਓ ਕਿ ਬਿਕਰਮ ਸਿੰਘ ਮਜੀਠੀ ਨੂੰ ਪ੍ਰਧਾਨਗੀ ਦਿੰਦੇ ਤਾਂ ਬਿਕਰਮ ਸਿੰਘ ਮਜੀਠੀ ਦੇ ਉੱਤੇ ਵੀ ਹੁਣ ਜਿਹੋ ਜਿਹੇ ਇਲਜ਼ਾਮ ਲੱਗੇ ਨੇ, ਬੜਾ ਕੁਝ ਇੱਦਾਂ ਦਾ ਹੋ ਸਕਦਾ। ਸੋ ਲੋਕਾਂ ਨੇ ਜਾਂ ਮਾਫ ਕਰਦਾ ਸ਼੍ਰੋਮਣੀ ਅਕਾਲੀ ਦਲ 'ਚ ਜਿਹੜੀ ਬਗਾਵਤ ਉੱਠੀ ਆ, ਜਿਹੜੇ 2 ਵਿਅਕਤੀ ਜਿਹੜੇ ਅੱਜ ਉਸ ਪ੍ਰੈਸ ਕਾਨਫਰੰਸ 'ਚ ਨਹੀਂ ਸਨ, ਜਗਬੀਰ ਸਿੰਘ ਬਰਾੜ ਤੇ ਮਨਪ੍ਰੀਤ ਸਿੰਘ ਯਾਲੀ। ਮਨਪ੍ਰੀਤ ਸਿੰਘ ਯਾਲੀ ਤਾਂ ਅੱਜ ਵੀ ਵਿਰਸਾ ਸਿੰਘ ਬਲਟੋਈ ਨਾਲ ਆਮੋ ਸਾਹਮਣੇ ਹੋਏ ਨੇ, ਤੋਂ ਅਜੇ ਵੀ ਇਸ ਗੱਲ ਤੇ ਕਾਇਮ ਨੇ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਦਾ ਤੇ ਅਸੀਂ ਪ੍ਰਧਾਨ ਨੂੰ ਕੁਝ ਨਹੀਂ ਕਹਿਣਾ। ਸੋ ਜੋ ਮਰਜ਼ੀ ਤੁਸੀਂ ਕਹਿ ਲਓ ਕਿ ਜਿਹੜੇ ਇਸ ਵੇਲੇ ਅੱਜ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਜਾਂ ਮਾਫ ਕਰ ਦਿਓ ਸੁਖਬੀਰ ਸਿੰਘ ਬਾਦਲ ਨਹੀਂ ਸੀ, ਬਲਦਵਿੰਦਰ ਸਿੰਘ ਭੁੰਦੜ ਜਾਂ ਹੋਰ ਨੇਤਾ ਸਨ, ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਸ਼ਕਤੀ ਪ੍ਰਦਰਸ਼ਨ ਕਰਕੇ ਸਾਰੇ ਅਕਾਲੀ ਵਿਰੋਧੀ, ਖਾਸ ਤੌਰ ਤੇ ਵਿਰੋਧੀ ਤਾਂ ਫਿਰ 2 ਹੀ ਰਹਿ ਗਏ, ਉਹਨਾਂ ਨਾਲ ਸਭ ਨੇ ਜਿਹੜਾ ਸ਼ਕਤੀ ਪ੍ਰਦਰਸ਼ਨ ਜਿਹੜਾ ਕੀਤਾ ਇਹ ਕੇਵਲ ਮਹਿਜ਼ ਉਹ ਸ਼ਕਤੀ ਪ੍ਰਦਰਸ਼ਨ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇਹ ਦੱਸਣਾ ਕਿ ਹਾਂਜੀ ਪ੍ਰਧਾਨ ਜੀ ਤੁਹਾਡੀ ਕੁਰਸੀ ਨੂੰ ਕੋਈ ਖਤਰਾ ਨਹੀਂ। ਪਰ ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿੰਦੇ ਆ ਨਹੀਂ ਰਹਿੰਦੇ, ਗੱਲ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੈ। ਕੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਭਰੋਸੇਯੋਗਤਾ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਨੂੰ ਦੁਬਾਰਾ ਬਹਾਲ ਕਰ ਸਕਦਾ? ਪ੍ਰਸ਼ਨ ਇਹ ਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਅੜੇ ਰਹਿੰਦੇ ਤਾਂ ਇਹੋ ਹੀ ਹਾਲਾਤ ਜਿਹੜੇ ਆ ਅਗਲੀਆਂ ਚੋਣਾਂ 'ਚ ਹੁੰਦੇ ਆ, ਤਾਂ ਫਿਰ ਅਖੀਰ ਦਾ ਕਿਸੇ ਨਾ ਕਿਸੇ ਦਿਨ ਜਿਹੜਾ ਇਹ ਆ ਸਬਰ ਦਾ ਪਿਆਲਾ ਜਿਹੜਾ ਲੋਕਾਂ ਦਾ ਨਹੀਂ, ਪਾਰਟੀ ਦੇ ਨੇਤਾਵਾਂ ਦਾ, ਬਾਕੀਆਂ ਦਾ ਭਰੂਗਾ। ਇਸ ਤਰ੍ਹਾਂ ਹੀ ਹੁੰਦਾ ਤਾਂ ਫਿਰ ਲੋਕ ਲਾਹ ਲੈਂਦੇ ਹੁੰਦੇ ਆ। ਜਿਸ ਤਰੀਕੇ ਨਾਲ ਇਹ ਵੀ ਪਤਾ ਲੱਗਾ ਕਿ ਜਿਸ ਇਲਜ਼ਾਮ ਲਾ ਰਹੇ ਨੇ ਵਿਰਸਾ ਸਿੰਘ ਵਟੋਆ ਕਿ ਬੀਜੇਪੀ ਜਿਹੜੀ ਆ ਅਕਾਲੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਤਾਂ ਉਹ ਮਨਜਿੰਦਰ ਸਿੰਘ ਸਰਸਾ ਕਹਿੰਦਾ ਜੀ ਅਸੀਂ ਪਰਿਵਾਰਵਾਦ ਨੂੰ ਖਤਮ ਕਰ ਰਹੇ ਹਾਂ। ਸੋ ਅਜਿਹੀਆਂ ਗੱਲਾਂ ਵੀ ਚੱਲਦੀਆਂ ਪਈਆਂ ਨੇ ਤੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਅੱਜ ਜਿਹੜੀ ਹੋਈ ਆ, ਸ਼ਾਇਦ ਇਹੋ ਹੀ ਕਾਰਨ ਆ ਕਿ ਇਹਦੇ ਉੱਤੇ ਪਰਿਵਾਰਵਾਦ ਦਾ ਕਬਜ਼ਾ, ਤੇ ਸ਼ਾਇਦ ਇਸ ਗੱਲ ਨੂੰ
ਅਕਾਲੀ ਦਲ ਦੇ ਨੇਤਾ ਸਮਝਣ ਨੂੰ ਤਿਆਰ, ਸੁਣਨ ਨੂੰ ਤਿਆਰ ਨਹੀਂ ਆ। ਉਹਨਾਂ ਵਾਸਤੇ ਬਾਦਲ ਪਰਿਵਾਰ ਦੀ ਜਿਹੜੀ ਸਰਪ੍ਰਸਤੀ ਜਾਂ ਉਹਨਾਂ ਦੀ ਭਗਤੀ ਉਹ ਜ਼ਰੂਰੀ ਆ। ਸ਼੍ਰੋਮਣੀ ਅਕਾਲੀ ਦਲ ਦਾ ਜੋ ਮਰਜ਼ੀ ਹੋ ਜਾਵੇ, ਇਹ ਹੋ ਸਕਦਾ ਕਿ ਇਹ ਟਾਈਮ ਥੋੜਾ ਜਿਹਾ ਹੋਰ ਟੱਪ ਜੇ, ਪਰ ਇੱਕ ਨਾ ਇੱਕ ਦਿਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਆਪ ਹੀ ਲਾਂਭੇ ਹੋਣਾ ਪਏਗਾ, ਜਿਹੋ ਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਜਿਹੜੇ ਆ ਬਣ ਚੁੱਕੇ ਆ। ਬਿਲਕੁਲ ਬਿਲਕੁਲ, ਯਾਨੀ ਕਿ ਹਲੇ ਵੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦੇ ਉੱਪਰ ਖਤਰਾ ਜਿਹੜਾ ਉਹ ਟਲਿਆ ਨਾ ਸਮਝਣ, ਇਹ ਆਪਾਂ ਕਹਿ ਸਕਦੇ ਹਾਂ ਅਣਖੀ ਸਾਹਿਬ। ਬਿਲਕੁਲ ਬਿਲਕੁਲ, ਵੇਖੋ ਜੀ ਟਾਈਮ ਉਹਨਾਂ ਨੇ ਕੱਢ ਲਿਆ। ਜਿਸ ਤਰੀਕੇ ਨਾਲ ਅੱਗੇ ਉਹ ਇਕੱਲੇ ਸੀ, ਇਹ ਬਿਕਰਮ ਸਿੰਘ ਮਜੀਠੀ ਦਾ ਉਹਨਾਂ ਨੂੰ ਬੜਾ ਇੱਕ ਵੱਡਾ ਸਾਥ ਜਿਹੜਾ ਉਹਨਾਂ ਦੇ ਨਾਲ ਹੈਗਾ। ਜੋ ਮਰਜ਼ੀ ਕਹਿ ਲਓ ਕਿ ਬਿਕਰਮ ਸਿੰਘ ਮਜੀਠੀ ਦੀ ਜਿੱਦਾਂ ਦੀ ਮਰਜ਼ੀ ਛਵੀ ਹੈ ਜਾਂ ਨਹੀਂ ਹੈ, ਪਰ ਉਹਨਾਂ ਦਾ ਸਾਥ ਜਿਹੜਾ ਇੱਕ ਕੱਲਾ ਤੇ 2-11 ਵਾਲੀ ਜਿਹੜੀ ਸਥਿਤੀ ਇਹ ਬਣਦੀ ਹੈ। ਹੋਰ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਕੀ ਭਰੋਸੇਯੋਗਤਾ ਕਾਇਮ ਹੁੰਦੀ ਹੈ, ਕੀ ਨਹੀਂ ਹੁੰਦੀ, ਇਹ ਇੱਕ ਅਲੱਗ ਵਿਸ਼ਾ। ਪਰ ਪਾਰਟੀ ਦੇ ਵਿੱਚ ਉਹਨਾਂ ਨੇ ਹੁਣ ਆਪਣੀ ਸਥਿਤੀ ਨੂੰ ਥੋੜਾ ਜਿਹਾ ਜ਼ਰੂਰ ਮਜ਼ਬੂਤ ਕਰ ਲਿਆ ਪਾਰਟੀ ਦੇ ਅਹੁਦੇਦਾਰਾਂ ਦੇ ਸਾਹਮਣੇ, ਕਿਉਂਕਿ ਜਿਸ ਤਰੀਕੇ ਦਾ ਕਿਹਾ ਜਾਂਦਾ ਕਿ ਬਿਕਰਮ ਸਿੰਘ ਮਜੀਠੀ ਦਾ ਸੁਭਾਅ ਹਰ ਵਿਅਕਤੀ ਦੇ ਕੰਮ ਆਉਣ ਵਾਲਾ, ਉਹੋ ਜਿਹੀਆਂ ਸਥਿਤੀਆਂ ਦੇ ਵਿੱਚ ਹੋ ਸਕਦਾ ਕਿ ਤਰਲਾ ਸ਼ਰਲਾ ਮਾਰ ਕੇ ਨਹੀਂ ਜੀ ਪ੍ਰਧਾਨ ਜੀ ਸੁਖਬੀਰ ਜੀ ਨੂੰ ਰਹਿਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਨੇਤਾਵਾਂ ਕੋਲ ਬੜੇ ਫੀਲੇ ਹੁੰਦੇ, ਤਰੀਕੇ ਹੁੰਦੇ ਨੇ ਜਿਨ੍ਹਾਂ ਨਾਲ ਪੱਖਵੀ ਜਿਹੜੀ ਅੱਗ ਆ ਉਸ ਨੂੰ ਸ਼ਾਂਤ ਕਰ ਲੈਂਦੇ ਆ। ਸੋ ਇਹ ਗੱਲ ਪੱਕੀ ਆ ਕਿ ਅਜੇ ਫਿਲਹਾਲ ਖਤਰਾ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੁਰਸੀ ਨੂੰ ਜਿਹੜਾ ਸੀ ਉਹ ਥੋੜੇ ਸਮੇਂ ਤੱਕ ਟਾਲ ਜ਼ਰੂਰ ਲਿਆ। ਬਾਕੀ ਆਉਣ ਵਾਲਾ ਸਮਾਂ ਕਿਹੋ ਜਿਹਾ ਕਰਵਟ ਬਦਲਦਾ, ਸਮੇਂ-ਸਮੇਂ ਸਮਰੱਥ ਉਹੀ ਅਰਜਨ ਤੇ ਬਾਣ ਤੇ ਉਹੀ ਅਰਜਨ ਤੇ ਹੱਥ। ਸਮਾਂ ਬਹੁਤ ਤਾਕਤਵਰ ਹੁੰਦਾ ਸੁਖਵਿੰਦਰ ਜੀ, ਤਗੜਿਆਂ ਨੂੰ ਘਰ ਭਾਲ ਦਿੰਦਾ। ਇਹ ਤਾਂ ਫਿਰ ਕੋਈ ਗੱਲ ਹੀ ਨਹੀਂ ਜੀ। ਬਿਲਕੁਲ ਬਿਲਕੁਲ, ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।